जुगो जुग अटल शब्द ब्रह्म सतगुरु धन गुरु ग्रंथ साहिब सच्चे पातशाह जी दी पावन पवित्र हजूरी अंदर जुड़ बैठी साध संगत पिछले कुछ दिनों तो गुरु साहब जी दी रहमत सदका ਜ਼ਾਹਰ ਪੀਰ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਮ੍ਰਿਤ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤ ਰਚਨਾ ਆਸਾ ਕੀ ਵਾਰ ਦੀ ਲੜੀਵਾਰ ਵਿਚਾਰ ਆਪ ਜੀ ਦੇ ਸਨਮੁਖ ਆਰੰਭ ਕੀਤੀ ਗਈ ਸੀ ਤੇ ਆਪਾਂ ਥੋੜਾ ਜਿਹਾ ਪਹਿਲੀ ਪੌੜੀ ਦੀਆਂ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਸਮਝਣ ਦਾ ਯਤਨ ਕੀਤਾ ਹੈ। ਹਜ਼ੂਰ ਨੇ ਜ਼ਿਕਰ ਕੀਤਾ ਹੈ ਆਪੀ ਨੇ ਆਪ ਸਾਜਿਓ। ਉਹ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਮੰਗਲਾਚਰਨ ਦੇ ਵਿੱਚ ਸਹਿਬੰ ਕਿਹਾ ਹੈ, ਸੈਲਫ ਇਲੂਮੀਨੇਟਿਡ ਹੈ, ਆਪਣੇ ਆਪ ਤੋਂ ਪੈਦਾ ਹੋਇਆ ਹੈ। ਉਸ ਵਾਹਿਗੁਰੂ ਜੀ ਨੇ ਆਪਣਾ ਆਪਾ ਆਪ ਪੈਦਾ ਕੀਤਾ ਹੈ। ਆਪੀ ਨੇ ਰਚਿਓ ਨਾਉ। ਨਾਉ ਦਾ ਮਤਲਬ ਹੈ ਨਾਮਨਾ ਉਹਦੀ ਐਗਜ਼ਿਸਟੈਂਸ, ਉਹਦੀ ਸਿਗਨੀਫੀਕੈਂਸ, ਕਿਉਂਕਿ ਸਾਰਾ ਕੁਝ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਚੱਲਦਾ ਹੈ। ਇਸ ਕਰਕੇ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਨਾਮ ਨੂੰ ਇਸ ਅਰਥਾਂ ਦੇ ਵਿੱਚ ਵੀ ਲਿਆ ਗਿਆ ਹੈ ਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਤੇ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਜੇਤਾ ਕੀਤਾ ਤੇਤਾ ਨਾਮ। ਜੋ ਕੁਝ ਵੀ ਉਹਨੇ ਪੈਦਾ ਕੀਤਾ ਹੈ ਅਸਲ ਦੇ ਵਿੱਚ ਆਪਣੇ ਆਪੇ ਦਾ ਹੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਉਹ ਵਿਸਤਾਰ ਹੈ। ਬਿਨ ਨਾਮੈ ਨਾਹੀ ਕੋ ਥਾਂ। ਨਾਮ ਤੋਂ ਸਖਣੀ ਕੋਈ ਚੀਜ਼ ਨਹੀਂ ਹੈ। ਨਾਮ ਉਸ ਹੁਕਮ ਦੇ ਵਿੱਚ ਕੁਦਰਤ ਨੂੰ ਪੈਦਾ ਕੀਤਾ ਗਿਆ ਲਾਜ਼ ਆਫ ਨੇਚਰ ਹੈ। ਉਹ ਨਿਯਮ ਦੇ ਵਿੱਚ ਜਿਹਦੇ 'ਚ ਸਾਰਾ ਬ੍ਰਹਿਮੰਡ ਰਚਿਆ ਗਿਆ ਹੈ, ਜਿਹਨੂੰ ਗੁਰੂ ਸਾਹਿਬ ਜੀ ਦੂਸਰੀ ਪੰਕਤੀ ਦੇ ਵਿੱਚ ਫਰਮਾ ਰਹੇ ਨੇ ਦੁਈ ਕੁਦਰਤ ਸਾਜੀ ਹੈ ਕਰ ਆਸਣ ਡਿਠੋ ਚਾਓ। ਸਾਰੀ ਕੁਦਰਤ ਸਾਜ ਕੇ ਉਹਦੇ ਵਿੱਚ ਹੀ ਆਸਣ ਲਾ ਕੇ ਬੜੇ ਚਾਓ ਦੇ ਨਾਲ, ਆਨੰਦ ਦੇ ਨਾਲ, ਕਿਉਂਕਿ ਰੱਬ ਦਾ ਜਿਹੜਾ ਸਰੂਪ ਹੈ ਨਾ ਅਸਲ ਦੇ ਵਿੱਚ ਆਨੰਦ ਦਾ ਸਰੂਪ ਹੈ। ਤੇਰੇ ਘਰ ਆਨੰਦ ਵਧਾਈ ਤੁਧ ਕਰ। ਤੇ ਉਸ ਅਕਾਲ ਪੁਰਖ ਨਾਨਕ ਵਿਗਸੈ ਵੇ ਪ੍ਰਵਾਹ, ਉਹ ਜਿਹੜਾ ਵਿਗਾਸ ਦੇ ਵਿੱਚ ਬੇਪਰਵਾਹ ਹੋ ਕੇ ਸਾਰੀ ਕੁਦਰਤ ਦੇ ਵਿੱਚ ਹੀ ਰਮਿਆ ਹੋਇਆ ਹੈ, ਉਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਰ ਆਸਣ ਡਿਠੋ ਚਾਓ। ਇਹਦੇ ਵਿੱਚ ਅਸੀਂ ਪਿਛਲੇ ਦੀਵਾਨਾਂ 'ਚ ਦੋ ਖਾਸ ਕਰਕੇ ਗੱਲਾਂ ਸਮਝਣ ਦਾ ਯਤਨ ਕੀਤਾ। ਇੱਕ ਤਾਂ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਦੇ ਵਿੱਚ ਇਨਫਿਨਿਟ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਦੂਸਰਾ ਕੁਦਰਤ ਵੀ ਆਪਣੇ ਆਪ ਦੇ ਵਿੱਚ ਬੜੀ ਕੰਪਲੀਕੇਟਿਡ ਤੇ ਬਹੁਤ ਬੇਅੰਤ ਹੈ। ਇਹਨਾਂ ਦੋਵਾਂ ਵਿਸ਼ਿਆਂ ਦੇ ਉੱਤੇ ਹੀ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੀਤੇ ਬਿਲਾਹੀ ਤਾਂ ਕਿ ਅੰਤ ਨਾ ਪਾਏ ਜਾਹੇ। ਇਸ ਕਰਕੇ ਸ੍ਰਿਸ਼ਟੀ ਕਿਵੇਂ ਤੇ ਕਦੋਂ ਪੈਦਾ ਹੋਈ ਇਹਦੇ ਬਾਰੇ ਜਿੰਨੀਆਂ ਵੀ ਬੰਦੇ ਦੀਆਂ ਥਿਊਰੀਜ਼ ਨੇ, ਕੁਝ ਨੂੰ ਪ੍ਰਮਾਣਿਕ ਮੰਨਿਆ ਜਾਂਦਾ, ਪਰ ਇਨ ਫਿਊਚਰ ਪੋਸੀਬਿਲਿਟੀ ਹੈ ਵੀ ਜਿਵੇਂ ਸਾਇੰਸ ਦੀ ਦੁਨੀਆ ਦੇ ਵਿੱਚ ਬਿਗ ਬੈਂਗ ਦੀ ਥਾਂ ਤੇ ਕੋਈ ਦੂਸਰਾ ਮਾਡਲ ਬੰਦੇ ਦੇ ਸਾਹਮਣੇ ਆ ਜਾਏ। ਜਿਹੜੀ ਕ੍ਰੀਏਸ਼ਨਿਜ਼ਮ ਧਰਮ ਦੀਆਂ ਥਿਊਰੀਆਂ ਖਾਸ ਕਰਕੇ ਭਾਵੇਂ ਕਿਸੇ ਵੀ ਮਜ਼ਹਬ ਦੇ ਵਿੱਚ ਹੋਣ, ਉਹ ਤਕਰੀਬਨ ਓਵਰ ਜਿਹੜਾ ਆਊਟਡੇਟਿਡ ਹੋ ਚੁੱਕੀਆਂ, ਉਹਦੇ 'ਤੇ ਬਹੁਤ ਸਾਰੇ ਸਵਾਲ ਪੈਦਾ ਹੋ ਚੁੱਕੇ ਨੇ। ਇਸ ਕਰਕੇ ਬਹੁਤ ਲੋਕਾਂ ਲਈ ਉਹ ਐਕਸੈਪਟੇਬਲ ਨਹੀਂ ਹਨ। ਤੇ ਇੱਥੇ ਗੁਰੂ ਸਾਹਿਬ ਜੀ ਜਿਹੜੀ ਗੱਲ ਕਰ ਰਹੇ ਨੇ, ਇਹ ਗੁਰੂ ਸਾਹਿਬ ਜੀ ਦਾ ਕਰਨ ਦਾ ਮੇਨ ਮਕਸਦ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ
ਉਹ ਹੈ ਕੁਦਰਤ ਕਵਣ ਕਹਾਂ ਵਿਚਾਰ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਟੌਪਿਕ ਐਸੇ ਨੇ ਜਿਨ੍ਹਾਂ ਬਾਰੇ ਅਜੇ ਅਸੀਂ ਫਾਈਨਲ ਕੁਝ ਨਹੀਂ ਵਿਚਾਰ ਕੇ ਕਹਿ ਸਕਦੇ। ਵਾਰਿਆ ਨਾ ਜਾਵਾਂ ਏਕ ਵਾਰ, ਗੁਰੂ ਸਾਹਿਬ ਜੀ ਆਪਣੇ ਆਪ ਨੂੰ ਉਸ ਅਕਾਲ ਪੁਰਖ ਤੋਂ ਬਲਹਾਰ ਜਾਂਦਿਆਂ ਹੋਇਆਂ ਕਿ ਹੇ ਦਾਤਾ ਤੇਰੇ ਬਾਰੇ ਸਾਰਾ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ, ਵਿਚਾਰ ਕੇ ਇੱਥੋਂ ਤੱਕ ਵੀ ਥੋੜ੍ਹਾ ਬਹੁਤਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਬਾਰੇ ਗੁਰੂ ਸਾਹਿਬ ਜੀ ਕਹਿੰਦੇ ਨੇ ਤਿਲ ਮਾਤਰ ਵੀ ਬਿਆਨ ਨਹੀਂ ਹੋ ਸਕਦਾ। ਇਹਦਾ ਮਤਲਬ ਦੋ ਅਰਥ ਨਿਕਲਦੇ ਨੇ ਸਾਡੇ ਜਗਿਆਸੂਆਂ ਲਈ ਖਾਸ ਕਰਕੇ। ਇੱਕ ਤੇ ਸਾਨੂੰ ਹੰਬਲ ਰਹਿਣਾ ਚਾਹੀਦਾ ਵੀ ਅਸੀਂ ਕੁਦਰਤ ਦੇ ਵਿੱਚ ਰੱਬ ਦੇ ਪੈਦਾ ਕੀਤੇ ਹੋਏ ਇੱਕ ਕ੍ਰੀਚਰ ਤੇ ਹਾਂ, ਪਰ ਅਸੀਂ ਬਹੁਤ ਜ਼ਿਆਦਾ ਅਫਲਾਤੂਨ ਜਾਂ ਸਾਰਾ ਕੁਝ ਨਹੀਂ ਜਾਣ ਸਕਦੇ। ਇਸ ਕਰਕੇ ਅਸੀਂ ਬੜਾ ਟ੍ਰੀਵੀਅਲ ਹਾਂ ਧਰਤੀ ਦੇ ਉੱਤੇ। ਦੂਸਰਾ, ਇਹਦੇ ਵਿੱਚ ਇੱਕ ਪੋਸੀਬਿਲਿਟੀ ਝਲਕਦੀ ਜਦੋਂ ਵੀ ਮਹਾਂਪੁਰਸ਼ਾਂ ਨੇ ਕਿਧਰੇ ਕੁਦਰਤ ਦੀ ਬੇਅੰਤਤਾ ਦੀ ਗੱਲ ਕੀਤੀ ਹੈ, ਔਰ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ ਹੈ ਤੇਰਾ, ਆਪਣਾ ਆਪ ਜਾਣ ਹੈ। ਤੇ ਅਸਲ ਦੇ ਵਿੱਚ ਇਹਦਾ ਦੂਸਰਾ ਵੀ ਬੰਦਾ ਨਾ ਦਿਮਾਗ ਨੂੰ ਪੋਸੀਬਿਲਿਟੀਜ਼ ਨੂੰ ਖੁੱਲ੍ਹਾ ਰੱਖੇ ਵੀ ਜਿੰਨੀਆਂ ਪਰਿਭਾਸ਼ਾ, ਜਿਵੇਂ ਅੱਜ ਨਾ ਧਰਮ ਦੀ ਦੁਨੀਆ 'ਚ ਖਾਸ ਕਰਕੇ ਇੱਕ ਐਗਜ਼ਾਮਪਲ ਜਾਂ ਦਿੱਤੀ ਜਾਂਦੀ ਹੈ। ਵੇਖੋ ਜੀ, ਸਾਇੰਸ ਦੇ ਵਿੱਚ ਕੁਝ ਵੀ ਨਿਸ਼ਚਿਤ ਨਹੀਂ ਹੈ। ਅੱਜ ਇੱਕ ਥਿਊਰੀ ਆਉਂਦੀ ਹੈ, ਕੱਲ੍ਹ ਨੂੰ ਰਿਜੈਕਟ ਹੋ ਜਾਂਦੀ ਹੈ, ਪਰਸੋਂ ਦੂਸਰੀ ਗੱਲ ਸਾਇੰਟਿਸਟ ਦੂਸਰਾ ਕਹਿਣਾ ਸ਼ੁਰੂ ਕਰ ਦਿੰਦਾ। ਪਰ ਇਹ ਜੇ ਧਰਮਾਂ ਦਾ ਇਤਿਹਾਸ ਪੜ੍ਹੀਏ, ਰੱਬ ਦੇ ਬਾਰੇ ਪੜ੍ਹੀਏ, ਤਾਂ ਵੀ ਇਹੀ ਹੁੰਦਾ ਆਇਆ ਵੀ ਬੰਦਾ ਜਦੋਂ ਤੋਂ ਗਿਆਨ ਹਾਸਲ ਕਰਦਾ ਆਇਆ, ਜਿਹੜੇ ਦੂਸਰੇ ਧਰਮਾਂ ਨੇ ਰੱਬ ਦੀ ਪਰਿਭਾਸ਼ਾ ਦਿੱਤੀ ਸੀ ਉਸ ਤੋਂ ਅਗਲਾ ਧਰਮ ਨੂੰ ਰਿਜੈਕਟ ਕਰਦਾ ਆਇਆ। ਜਿਵੇਂ ਜੋ ਯਹੂਦੀਆਂ ਨੇ ਕਿਹਾ ਸੀ, ਜੂਸ਼ ਲੋਕਾਂ ਨੇ, ਉਹਦੇ 'ਚ ਬਹੁਤ ਸਾਰੀਆਂ ਗੱਲਾਂ ਕ੍ਰਿਸਚੈਨਿਟੀ ਨੇ ਰੱਦ ਕੀਤੀਆਂ ਨੇ। ਉਸ ਤੋਂ ਬਾਅਦ ਇਸਲਾਮ ਆਇਆ, ਉਹਦੇ ਵਿੱਚੋਂ ਕੁਝ ਜਿਹੜੀ ਪ੍ਰੂਨਿੰਗ ਕੀਤੀ ਗਈ ਹੈ। ਇਸ ਤਰ੍ਹਾਂ ਹਰ ਮਜ਼ਹਬ ਦੇ ਨਾਲ ਹੀ ਵਾਪਰਿਆ। ਜਿਹੜੀ ਰੱਬ ਦੀ ਵੀ ਜਿਹੜੀ ਥਿਊਰੀ ਸੀ, ਅਸਲ ਦੇ ਵਿੱਚ ਉਹਦੇ 'ਚ ਵੀ ਅਮੈਂਡਮੈਂਟ ਹੁੰਦੀ ਰਹੀ। ਰੱਬ ਦੇ ਬਾਰੇ ਨਵੇਂ-ਨਵੇਂ ਆਈਡੀਆਜ਼, ਵਿਚਾਰਧਾਰਾ ਧਰਤੀ 'ਤੇ ਆਉਂਦੀ ਰਹੀ ਹੈ। ਹਿਊਮੈਨਿਟੀ ਨੂੰ ਨਵਾਂ ਕੁਝ ਸਿੱਖਣ ਨੂੰ ਮਿਲਦਾ ਰਿਹਾ। ਇੱਥੋਂ ਦੋ ਗੱਲਾਂ ਮਿਲਦੀਆਂ ਖਾਸ ਕਰਕੇ ਪਹਿਲੀ ਪੌੜੀ ਤੋਂ, ਵੀ ਕੁਝ ਵਿਸ਼ਿਆਂ ਨੂੰ ਅਸੀਂ ਜਾਣ ਨਹੀਂ ਸਕੇ, ਪਰ ਪੋਸੀਬਿਲਿਟੀ ਹੈ, ਕਿਉਂਕਿ ਵਿਗਿਆਨ ਦੀ ਦੁਨੀਆ ਦੇ ਵਿੱਚ ਇਹਨਾਂ ਚੀਜ਼ਾਂ 'ਤੇ ਰਿਸਰਚ ਦਾ ਹਿਊਮੈਨਿਟੀ ਨੂੰ ਬੜਾ ਲਾਭ ਹੁੰਦਾ। ਇਸ ਕਰਕੇ ਉਹਨੂੰ ਗੁਰੂ ਸਾਹਿਬ ਨੇ ਵੀ ਚੱਲਦਾ ਰੱਖਿਆ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਵੀ ਆਉਣ ਵਾਲੇ ਸਮੇਂ ਦੇ ਵਿੱਚ ਕਰੋੜਾਂ ਕਰੋੜਾਂ ਵਾਰੀ ਪਹਿਲਾਂ ਬਿਆਨ ਕੀਤਾ ਤੇ ਆਉਣ ਵਾਲੇ ਸਮੇਂ 'ਚ ਵੀ ਹਿਊਮੈਨਿਟੀ ਬਿਆਨ ਕਰਦੀ ਰਹੇਗੀ ਇਹਦੇ ਬਾਰੇ। ਇਹ ਗੱਲ ਸਾਨੂੰ ਕੱਟੜ ਬਣਨ ਤੋਂ ਵੀ ਬਚਾਉਂਦੀ, ਵੀ ਅਸੀਂ ਕਈ ਵਾਰੀ, ਕਿਉਂਕਿ ਧਰਮਾਂ ਦੀਆਂ ਨਾ ਸਾਰੀਆਂ ਲੜਾਈਆਂ ਇਹ ਨੇ ਵੀ ਜਿਹੜਾ ਰੱਬ ਨੂੰ ਮੈਂ ਸਮਝਿਆ, ਜਿਵੇਂ ਸਮਝਿਆ, ਉਹੀ ਡਿਸਿਪਲਿਨ ਦੂਜਿਆਂ 'ਤੇ ਥੋਪ ਦਿੱਤਾ ਜਾਏ। ਫਿਰ ਅਸੀਂ ਇੰਨੀ ਫਲੈਕਸੀਬਿਲਿਟੀ ਵੀ ਸਾਡੇ ਅੰਦਰ ਆ ਜਾਂਦੀ ਹੈ ਵੀ ਅਸੀਂ ਰੱਬ ਦੇ ਨਾਂ ਦੇ ਉੱਤੇ ਜੇ ਕਿਸੇ ਦਾ ਐਕਸਪਲਾਈਟੇਸ਼ਨ ਹੋ ਰਹੀ ਹੈ, ਅੰਧ ਵਿਸ਼ਵਾਸ ਦਿੱਤਾ ਜਾ ਰਿਹਾ, ਉਹਨੂੰ ਤੇ ਗੁਰੂ ਸਾਹਿਬ ਨੇ ਮੂਲ ਮੰਤਰ ਦੇ ਵਿੱਚ ਹੀ ਰੋਕ ਦਿੱਤਾ, ਉਹਨੂੰ ਤੇ ਬਹੁਤ ਸਾਰੇ ਸ਼ਬਦਾਂ ਰਾਹੀਂ। ਪਰ ਨਵੇਂ ਵਿਚਾਰ ਜਿਹੜੇ ਸਾਰੀ ਦੁਨੀਆ ਦਾ ਭਲਾ ਕਰਦੇ ਹੋਣ, ਉਹਨਾਂ ਲਈ ਰਾਹ ਵੀ ਖੋਲ੍ਹ ਦਿੱਤਾ। ਇਸ ਕਰਕੇ ਜਪਜੀ ਸਾਹਿਬ ਦੀਆਂ ਇਹ ਦੋ ਪੰਕਤੀਆਂ ਜਿਹੜੀਆਂ ਖਾਸ ਕਰਕੇ ਸਾਨੂੰ ਵੀ ਉਸ ਅਕਾਲ ਪੁਰਖ ਨੇ ਆਪਣੇ ਆਪ ਨੂੰ ਆਪ ਸਾਜਿਆ, ਪਰ ਸਾਨੂੰ ਕੋਈ ਪਤਾ ਨਹੀਂ ਉਹਦੇ ਬਾਰੇ। ਪਿਤਾ ਕਾ ਜਨਮ ਕਿ ਜਾਨੈ ਪੂਤ, ਅਸੀਂ ਕੇਵਲ ਇਹ ਕਹਿ ਸਕਦੇ ਹਾਂ ਵੀ ਆਪਣੇ ਆਪ ਤੋਂ ਪੈਦਾ ਹੋਇਆ, ਆਪ ਹੀ ਉਹਨੇ ਜਿਹੜਾ ਆਪਣਾ ਨਾਮ ਦੀ ਰਚਨਾ ਕੀਤੀ ਹੈ। ਦੂਈ ਕੁਦਰਤ ਸਾਜੀ ਹੈ, ਕੁਦਰਤ ਸਾਜੀ ਗਈ ਹੈ, ਕੁਦਰਤ ਵੀ ਆਪਣੇ ਆਪ ਦੇ ਵਿੱਚ ਬੇਅੰਤ ਹੈ। ਫਿਰ ਦਾਤਾ ਕਰਤਾ ਆਪ ਤੋਂ, ਜਿੰਨੀਆਂ ਵੀ ਦਾਤਾਂ ਮਿਲਦੀਆਂ ਔਰ ਜਿਹਨੂੰ ਵੀ ਮਿਲਦੀਆਂ, ਦਾਤਾਂ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਗੁਰਬਾਣੀ ਦੇ ਵਿੱਚ ਅਸੀਂ ਪੜ੍ਹਦੇ ਹਾਂ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਜਿਹਨੂੰ ਜਪਜੀ ਸਾਹਿਬ ਦੇ ਵਿੱਚ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਤੁਸੀਂ ਵੇਖੋ, ਰੱਬ ਨੇ ਧਰਤੀ ਬਣਾ ਦਿੱਤੀ ਨਾ, ਧਰਤੀ ਦੇਗ ਵਿਲਾ ਇੱਕ ਵੇਰਾ, ਗੁਰਬਾਣੀ ਦੀ ਪੰਕਤੀ ਹੈ। ਇਹ ਰੱਬ ਦੀ ਦਾਤ ਹੈ। ਇਹਦੇ ਉੱਤੇ
ਜੀਵਨ ਭਾਵੇਂ ਅਮੀਬਾ ਤੋਂ ਇੱਕ ਬੈਕਟੀਰੀਆ ਤੋਂ ਹੀ ਸ਼ੁਰੂਆਤ ਹੋਈ ਹੋਵੇ, ਉਸ ਤੋਂ ਬਾਅਦ ਜਿੰਨਾ ਵੀ ਇੱਕ ਨਾ ਲਾਈਫ ਟਰੀ ਹੈ, ਕਿਧਰੇ ਤੁਸੀਂ ਗੂਗਲ ਕਰਕੇ ਦੇਖਿਓ ਤੁਹਾਨੂੰ ਪਤਾ ਲੱਗ ਜਾਏਗਾ ਵੀ ਸਾਰੀਆਂ ਸਪੀਸੀਜ਼ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਨਾ ਜਿਹੜਾ ਜ਼ਿਕਰ ਕੀਤਾ ਗਿਆ ਵੀ ਅਸਲ ਦੇ ਵਿੱਚ ਉਹ ਜਿਹੜੀ ਲਾਈਫ ਧਰਤੀ ਦੇ ਉੱਤੇ ਪੈਦਾ ਹੋਈ ਹੈ ਉਹ ਰੱਬ ਨੇ ਇੱਕ ਵਾਰੀ ਪੈਦਾ ਕਰ ਦਿੱਤੀ ਹੈ। ਤੂੰ ਪੇੜ ਸ਼ਾਖ ਤੇਰੀ ਫੂਲੀ, ਤੂੰ ਸੂਖਮ ਹੋਆ ਅਸਥੂਲੀ। ਉਹ ਪੇੜ ਹੈ, ਮੇਨ ਦਰਖਤ ਅਕਾਲ ਪੁਰਖ ਵਾਹਿਗੁਰੂ ਆਪ ਹੈ, ਬਾਕੀ ਸਾਰਾ ਕੁਝ ਬ੍ਰਹਿਮੰਡ ਉਹਦੀਆਂ ਸ਼ਾਖਾਵਾਂ ਨੇ, ਉਹਦੀਆਂ ਬ੍ਰਾਂਚਿਸ ਨੇ। ਤੇ ਤੁਸੀਂ ਵੇਖੋ ਅੱਜ ਸਾਇੰਸ ਦੀ ਦੁਨੀਆ ਦੇ ਵਿੱਚ ਵੀ ਕਿਹਾ ਜਾਂਦਾ ਨਾ ਸਾਰਾ ਬ੍ਰਹਿਮੰਡ ਉਹਦੀ ਐਕਸਪੈਂਸ਼ਨ ਹੋ ਰਹੀ ਹੈ, ਵੀ ਵੱਧਦਾ ਜਾ ਰਿਹਾ ਆਪਣੇ ਆਪ ਦੇ ਵਿੱਚ, ਵੀ ਅਸਲ ਦੇ ਵਿੱਚ ਫੈਲਦਾ ਜਾ ਰਿਹਾ ਹੈ। ਸੇਮ ਲਾਈਫ ਵੀ ਇੱਕ ਥਾਂ ਤੋਂ ਸ਼ੁਰੂ ਹੋਈ ਹੈ ਤੇ ਵੱਖ-ਵੱਖ ਸਪੀਸੀਜ਼ ਦੇ ਰੂਪ ਦੇ ਵਿੱਚ। ਵੈਸੇ ਕਲਪਨਾ ਕੀਤੀ ਗਈ ਸੀ ਹਿੰਦੁਸਤਾਨ ਦੇ ਵਿੱਚ ਵੀ 84 ਲੱਖ ਜੂਨ ਹੁੰਦੇ ਹੈ, 1,84 ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ। ਪਰ ਕੱਲੀ 84 ਲੱਖ ਨਹੀਂ, ਅਸਲ ਦੇ ਵਿੱਚ 1 ਬਿਲੀਅਨ ਤੋਂ ਜ਼ਿਆਦਾ ਸਪੀਸੀਜ਼। ਸਾਨੂੰ ਤਾਂ ਕੇਵਲ ਇਹ ਲੱਗਦਾ ਵੀ ਡਾਇਨਾਸੌਰ ਹੋ ਕੇ ਧਰਤੀ ਤੋਂ ਖਤਮ ਹੋਇਆ, 1-2 ਸਪੀਸੀਜ਼ ਬਾਰੇ ਐਕਸਟਿੰਕਸ਼ਨ ਹੋਈ ਹੈ, ਪਰ ਅਸਲ ਦੇ ਵਿੱਚ ਜਿੰਨੀਆਂ ਧਰਤੀ ਤੇ ਸਪੀਸੀਜ਼ ਨੇ 1% ਵੀ ਨਹੀਂ, ਇਸ ਤੋਂ ਕਈ ਗੁਣਾ ਜ਼ਿਆਦਾ ਜਿਹੜੀਆਂ ਨੇ ਸਪੀਸੀਜ਼ ਖਤਮ ਪੈਦਾ ਹੋ ਕੇ ਐਕਸਟਿੰਕਟ ਹੋ ਚੁੱਕੀਆਂ, ਹਜ਼ਾਰਾਂ, ਜਿਹੜੀਆਂ 1 ਟ੍ਰਿਲੀਅਨ ਤੋਂ ਜ਼ਿਆਦਾ ਅੰਦਾਜ਼ਾ ਲਾਇਆ ਜਾਂਦਾ। ਅੱਜ ਵੀ ਜਿਹੜੀਆਂ 87-88 ਲੱਖ ਦੇ ਕਰੀਬ ਜਿਹੜੀਆਂ ਧਰਤੀ ਦੇ ਉੱਤੇ ਵੱਸਦੀਆਂ ਨੇ, ਵੀ 84 ਲੱਖ ਤੋਂ ਵੱਧ ਗਿਣਤੀ ਹੈ, ਤੇ ਤਕਰੀਬਨ 1.78 ਮਿਲੀਅਨ ਦੀ ਤੇ ਡਾਕੂਮੈਂਟਰੀਜ਼ ਤਿਆਰ ਹੋ ਚੁੱਕੀਆਂ। ਕਹਿਣ ਦਾ ਮਤਲਬ ਸਾਰਿਆਂ ਦੇ ਵਿੱਚ ਜੀਵਨ, ਕਿਉਂਕਿ ਅਸਲ ਦੇ ਵਿੱਚ ਕ੍ਰੀਏਸ਼ਨ ਤੇ ਉਹ ਕੁਦਰਤ ਦੇ ਵਿੱਚ ਆਟੋਮੈਟਿਕ ਹੀ ਹੋ ਰਹੀ ਆਪਣੇ ਆਪ। ਪਾਣੀ ਤੋਂ ਜੀਵ ਚੱਲਦਾ, ਜੀਵਨ ਚੱਲਦਾ, ਤੇ ਉਹਨੂੰ ਕੁਦਰਤ ਨੂੰ ਸਾਰੀ ਨੂੰ ਆਟੋ ਮੋਡ ਦੇ ਉੱਤੇ ਰੱਬ ਨੇ ਲਾਇਆ ਹੋਇਆ। ਤੁਸੀਂ ਵੇਖੋ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਵੀ ਪੰਕਤੀਆਂ, ਵੈਸੇ ਮਾਤਾ ਪਿਤਾ ਤੋਂ ਅਗਲੀ ਜਨਰੇਸ਼ਨ ਪੈਦਾ ਹੁੰਦੀ, ਦਾਤਾ ਤੇ ਕਰਤਾ, ਕ੍ਰੀਏਸ਼ਨ ਜਿਹੜੀ ਹੋ ਰਹੀ ਹੈ, ਤੇ ਸਦੀਆਂ ਤਕਰੀਬਨ 3 ਬਿਲੀਅਨ ਈਅਰਸ ਬਿਨਾ ਮੇਲ ਫੀਮੇਲ ਤੋਂ ਇਵੋਲਵ ਹੋਏ। ਵੀ ਅੱਜ ਸਾਰਿਆਂ ਦੀਆਂ ਸਪੀਸੀਜ਼ ਮਿਲਦੀਆਂ ਨਾ, ਮੇਲ ਤੇ ਫੀਮੇਲ, ਤੇ ਇਸ ਤੋਂ ਬਿਨਾ ਵੀ ਧਰਤੀ ਜਿਹੜੀ ਤੇ ਇੱਕ ਜੀਵ ਹੀ ਆਪਣੇ ਆਪ ਦੇ ਵਿੱਚੋਂ ਪਾਰਥੈਨੋਜੈਨੇਸਿਸ ਜਿਹਨੂੰ ਕਿਹਾ ਜਾਂਦਾ, ਬਿਨਾ ਛੂਣ ਤੋਂ ਆਪਣੇ ਆਪ ਤੋਂ ਹੀ ਜਿਹੜਾ ਬੱਚੇ ਪੈਦਾ ਕਰਦਾ ਰਿਹਾ ਹੈ। ਸਾਰੀ ਕੁਦਰਤ ਦੇ ਵਿੱਚ ਇਹ ਸਿਲਸਿਲਾ ਅਰਬਾਂ ਸਾਲ ਦੇ ਕਰੀਬ ਜਿਹੜਾ ਚੱਲਿਆ, ਅੱਜ ਸਾਇੰਟਿਸਟ ਲੋਕ ਕਹਿੰਦੇ ਨੇ। ਤੇ ਫਿਰ ਮੇਲ ਫੀਮੇਲ ਤੋਂ ਇਵੋਲਵ ਹੋ ਕੇ ਅੱਜ ਇੱਕ ਤੋਂ ਦੂਜੀ ਸਰੀਰ ਦੇ ਵਿੱਚ ਸਦੀਆਂ ਤੋਂ ਜਿਹੜਾ ਸਾਡਾ DNA ਨਾ, ਇਹਦੇ 'ਚ ਟਿਲਟਾਲਿਕ ਜਿਹੜੀ ਇੱਕ ਮੱਛੀ ਤੋਂ ਖਾਸ ਕਰਕੇ ਬਹੁਤ ਸਾਰੀਆਂ ਸਪੀਸੀਜ਼ ਇਵੋਲਵ ਹੋਈਆਂ, ਸਾਡਾ ਬੈਕਗਰਾਊਂਡ ਜਾ ਕੇ ਮਿਲਦਾ। ਉਹ ਕਹਿੰਦੇ ਨੇ DNA ਦੇ ਵਿੱਚ ਜਿਹੜੀ ਕਰੋੜਾਂ ਸਾਲਾਂ ਦੀ ਮੈਮਰੀ ਪਈ ਹੋਈ ਹੈ। ਕਹਿਣ ਦਾ ਮਤਲਬ ਕ੍ਰੀਏਸ਼ਨ ਜਿਹੜੀ ਕਰੋੜਾਂ ਸਾਲਾਂ ਤੋਂ ਚੱਲੀ, ਦਾਤਾ ਕਰਤਾ ਆਪ ਤੋਂ, ਕ੍ਰੀਏਟੀਵਿਟੀ ਉਹਦੇ ਅੰਦਰ ਹੈ। ਵੀ ਇੱਕ ਬੱਚਾ ਪੈਦਾ ਧਰਤੀ ਤੇ ਜਿਹੜਾ ਹੋ ਰਿਹਾ ਨਾ, ਉਸ ਤੇ ਸਟ੍ਰੇਨਸ ਪਹਿਲਾਂ ਹੀ ਉਹਦੇ ਗ੍ਰੈਂਡ ਮਦਰ ਆਦਿਕ ਦੇ ਸਰੀਰ ਦੇ ਵਿੱਚ ਜਿਹੜੇ ਮਿਲਦੇ ਨੇ, ਵੀ ਅਸਲ ਦੇ ਵਿੱਚ ਇਹਨੇ ਪੈਦਾ ਹੋਣਾ। ਕਹਿਣ ਦਾ ਮਤਲਬ ਇਹ ਜਿਹੜੀ ਕ੍ਰੀਏਸ਼ਨ ਹੈ ਕੁਦਰਤ ਦੇ ਵਿੱਚ ਸਦੀਆਂ ਤੋਂ ਚੱਲੀ ਹੋਈ ਹੈ। ਤੇ ਜਿੰਨੀਆਂ ਸਰੀਰ ਕਰਕੇ ਹੀ ਦਾਤਾ ਨੇ, ਕਿਉਂਕਿ ਜੇ ਸਾਡਾ ਸਰੀਰ ਮਿਲਦਾ ਪੈਦਾ ਹੁੰਦਾ, ਫਿਰ ਹੀ ਸਾਨੂੰ ਧਰਤੀ ਦੇ ਉੱਤੇ ਹਵਾ ਦੀ ਲੋੜ ਪੈਂਦੀ ਹੈ, ਫਿਰ ਹੀ ਫੂਡ ਦੀ ਲੋੜ ਪੈਂਦੀ ਹੈ, ਫਿਰ ਹੀ ਪਾਣੀ ਦੀ ਲੋੜ ਪੈਂਦੀ ਹੈ, ਫਿਰ ਹੀ ਸ਼ੈਲਟਰ ਦੀ ਲੋੜ ਪੈਂਦੀ ਹੈ, ਫਿਰ ਰਿਸ਼ਤੇ ਨਾਤੇ ਵੀ ਸਰੀਰ ਦੇ ਨਾਲ ਹੈ। ਇਹ ਸਾਰੀਆਂ ਦਾਤਾਂ ਅਸਲ ਦੇ ਵਿੱਚ ਕੁਦਰਤ ਦੇ ਵਿੱਚੋਂ ਸਾਨੂੰ, ਉਹਦੇ ਲਈ ਸਾਡਾ ਕੋਈ ਕੰਟਰੀਬਿਊਸ਼ਨ ਨਹੀਂ ਹੈ, ਆਪਣੇ ਆਪ ਹੀ ਅਲਾਟ ਹੋਈਆਂ। ਫਿਰ ਤੁਸੀਂ ਵੇਖੋ ਜਿਹੜੀਆਂ ਦਾਤਾਂ ਬੰਦੇ ਨੂੰ ਮਿਲੀਆਂ, ਫਿਰ ਦੂਜੀਆਂ ਸਪੀਸੀਜ਼ ਨੂੰ। ਅੱਜ ਬੰਦੇ ਨੂੰ ਕਈ ਵਾਰੀ ਉਹਦੀ ਬਹਾਦਰੀ ਵੇਖ ਕੇ ਕਹਿਣਾ ਪੈਂਦਾ ਵੀ ਇਹਦੇ 'ਚ ਤੇ ਸ਼ੇਰ ਵਰਗੀ ਬਹਾਦਰੀ ਹੈ, ਇਹਦੇ ਵਿੱਚ ਤੇ ਹਾਥੀ ਵਰਗੀ ਤਾਕਤ ਹੈ, ਇਹਦੇ ਤੇ ਜਿਹੜਾ ਹਿਰਨ ਨਾਲੋਂ ਵੀ ਤੇਜ਼ ਦੌੜ ਸਕਦਾ। ਇਹਦਾ ਮਤਲਬ ਦੂਸਰੀਆਂ ਸਪੀਸੀਜ਼ ਦੇ ਕੋਲ ਵੀ ਖਾਸ ਕੁਝ ਗੱਲਾਂ ਨੇ ਜਿਹੜੀਆਂ ਬੰਦੇ ਤੋਂ ਅੱਗੇ ਨੇ, ਤੇ ਬੰਦੇ ਨੂੰ ਤੁਲਨਾ ਦੇਣੀ ਪੈਂਦੀ ਉਹਨਾਂ ਨੂੰ ਜਦੋਂ ਬਹਾਦਰੀ ਨੂੰ ਬਿਆਨ ਕਰਨਾ ਹੋਵੇ, ਉਹਦੀ ਤਾਕਤ ਨੂੰ ਬਿਆਨ ਕਰਨਾ ਹੋਵੇ।
ਜਿਵੇਂ ਗੁਰੂ ਸਾਹਿਬ ਜੀ ਹੁਕਮੀ ਹੋਵਣ ਜੀ ਹੁਕਮ ਮਿਲਾ ਵਡਿਆਈ, ਤੇ ਪੰਛੀਆਂ ਨੂੰ ਵਡਿਆਈ ਦਿੱਤੀ ਹੋਈ ਨਾ ਕੁਦਰਤ ਨੇ, ਵੀ ਉਹਦੇ ਅੰਦਰ ਉਹਨਾਂ ਦੇ ਫੈਦਰਸ ਨੇ, ਵਿੰਗਸ ਨੇ, ਉਹ ਅਸਮਾਨ 'ਚ ਉੱਡ ਸਕਦੇ ਨੇ, ਆਪਾਂ ਨਹੀਂ ਉੱਡ ਸਕਦੇ। ਇਹਦਾ ਮਤਲਬ ਅਸੀਂ ਦੁਨੀਆ ਦੇ ਵਿੱਚ ਓਨੀਆਂ ਕੀ ਪ੍ਰਾਪਤੀਆਂ ਕਰ ਸਕਦੀਆਂ ਜਿੰਨੀਆਂ ਦੇ ਲਈ ਸਾਡੇ ਸਰੀਰ ਨੂੰ ਅਲਾਉ ਕੀਤਾ ਕੁਦਰਤ ਨੇ। ਅਸਲ ਦੇ ਵਿੱਚ ਉਸ ਤੋਂ ਜ਼ਿਆਦਾ ਨਹੀਂ। ਬੰਦੇ ਦੇ ਵਿੱਚ ਬ੍ਰੇਨ ਹੈ, ਬ੍ਰੇਨ ਕੱਢ ਕੇ ਪੁਲਾੜ ਤੱਕ ਵੀ ਜਾ ਸਕਦਾ ਬੰਦਾ, ਜਿਹੜਾ ਸਪੇਸ ਦੇ ਵਿੱਚ ਜਾ ਸਕਦਾ ਹੈ। ਇੰਟਰਨੈਸ਼ਨਲ ਸਪੇਸ ਸਟੇਸ਼ਨ ਬੰਦੇ ਨੇ ਬਣਾਇਆ ਹੈ। ਤੇ ਕਹਿਣ ਤੋਂ ਮੁਰਾਦ ਜਿੰਨੀਆਂ ਵੀ ਦਾਤਾਂ ਸਰੀਰ ਦੇ ਨਾਲ ਜੁੜੀਆਂ ਨੇ, ਬੰਦਾ ਵੱਡੇ ਤੋਂ ਵੱਡਾ ਸਾਇੰਟਿਸਟ ਬਣ ਜਾਏ, ਡਾਕਟਰ ਬਣ ਜਾਏ, ਇੰਜੀਨੀਅਰ ਬਣ ਜਾਏ, ਕੋਈ ਰਾਜਾ ਬਣ ਜਾਏ, ਪੋਲੀਟੀਸ਼ੀਅਨ ਬਣ ਕੇ ਬੜਿਆਂ ਨੂੰ ਗੁਲਾਮ ਬਣਾ ਲਏ, ਤੇ ਜਾਂ ਬਿਲਕੁਲ ਲੇਜ਼ੀ ਬਣ ਕੇ ਕਮਜ਼ੋਰ ਬਣ ਜਾਏ, ਗਰੀਬ ਬਣ ਜਾਏ, ਤੇ ਦੂਜਿਆਂ ਦਾ ਗੁਲਾਮ ਬਣ ਕੇ ਰਹਿੰਦਾ ਰਹੇ। ਇਹ ਸਾਰੀਆਂ ਪੋਸੀਬਿਲਿਟੀਜ਼ ਬੰਦੇ ਦੇ ਸਰੀਰ ਦੇ ਅੰਦਰ ਨੇ, ਕੁਦਰਤ ਦੇ ਅੰਦਰ। ਤੇ ਇਹਦਾ ਇੱਕ ਪ੍ਰੋਸੈਸ ਹੈ। ਕਹਿਣ ਦਾ ਮਤਲਬ ਜਿੰਨੀਆਂ ਦਾਤਾਂ ਮਿਲਦੀਆਂ ਨਾ ਇੱਥੇ, ਜਾਂ ਕ੍ਰੀਏਸ਼ਨ ਹੋ ਰਹੀ ਹੈ, ਉਸ ਕੁਦਰਤ ਦੇ ਵੱਜਵੇਂ ਨਿਯਮਾਂ ਦੇ ਮੁਤਾਬਕ ਹੋ ਰਹੀ। ਦਾਤਾ ਕਰਤਾ ਆਪ ਤੂੰ, ਅਸਲ ਦੇ ਵਿੱਚ ਉਹੀ ਹੈ ਜਿਹੜਾ ਕੁਦਰਤ ਕਰਕੇ ਵਸਿਆ ਸੋਏ ਹੈ, ਜਿਹਦੇ ਰਾਹੀਂ ਇਹ ਸਾਰਾ ਕੁਝ ਕੁਦਰਤ ਦੇ ਅੰਦਰ ਵਾਪਰ ਰਿਹਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਜਿੰਨਾ ਕੁਝ, ਕਿਉਂਕਿ ਉਹਨੇ ਤੇ ਜੋ ਦਿਨੋਂ ਸੋ ਏਕਾ ਬਾਰ ਦੇ ਹੀ ਦਿੱਤਾ ਸੀ। ਲੋਕ ਗਰੀਬ ਸਨ, ਗੁਰੂ ਸਾਹਿਬ ਜੀ ਨੇ ਕਿਹਾ ਤੁਸੀਂ ਕਿਰਤ ਕਰੋ ਧਰਮ ਦੀ। ਅਸਲ ਦੇ ਵਿੱਚ ਰੱਬ ਨੇ ਗਰੀਬ ਨਹੀਂ ਬਣਾਏ, ਇਹ ਤੁਹਾਡੇ ਅੰਦਰ ਕੁਝ ਤੇ ਸੌਫਟਵੇਅਰ ਇਹੋ ਜਿਹਾ ਫਿੱਟ ਕਰ ਦਿੱਤਾ ਗਿਆ ਵੀ ਬੰਦੇ ਦੇ ਕਰਮ ਫਿਲਾਸਫੀ ਦੇ ਦਿੱਤੀ ਗਈ ਹੈ। ਕੁਝ ਕਹਿ ਦਿੱਤਾ ਗਿਆ ਵੀ ਜਿਹੜੇ ਪਿਛਲੇ ਜਨਮ ਦੇ ਵਿੱਚ ਕੰਮ ਚੰਗੇ ਕਰਦੇ ਨੇ ਉਹੀ ਅਮੀਰ ਹੁੰਦੇ ਨੇ। ਇਹ ਆਪਣੇ ਜੀਵਨ ਦੇ ਵਿੱਚੋਂ ਕੱਢ ਦਿਓ ਖਿਆਲ, ਤੁਸੀਂ ਉਦਮ ਕਰਕੇ ਅੱਜ ਵੀ ਅਮੀਰ ਬਣ ਸਕਦੇ ਹੋ। ਇਹ ਗੁਰੂ ਸਾਹਿਬ ਜੀ ਨੇ ਕਿਰਤ ਕਰੋ ਕਿਹਾ। ਫਿਰ ਤੁਸੀਂ ਜਿਹੜਾ ਸਿਹਤ ਦੀ ਲਗਾਤਾਰ ਮਿਹਨਤ ਕਰਕੇ ਤੁਹਾਡੇ ਵਿੱਚੋਂ ਹੀ ਯੋਧੇ ਪੈਦਾ ਹੋ ਸਕਦੇ ਨੇ, ਤੁਸੀਂ ਆਪ ਯੋਧੇ ਬਣ ਸਕਦੇ ਹੋ। ਇਸ ਕਰਕੇ ਆਪਣੀਆਂ ਗੁਲਾਮੀ ਦੀਆਂ ਜੰਜੀਰਾਂ ਆਪ ਕੱਢ ਸਕਦੇ ਹੋ। ਦਾਤੇ ਨੇ ਤੁਹਾਨੂੰ ਦੇ ਹੀ ਦਿੱਤਾ ਹੈ ਸਾਰਾ ਕੁਝ। ਇਹਦਾ ਮਤਲਬ ਸੀ ਕੁਦਰਤ ਨੂੰ ਸਮਝਣਾ। ਗੁਰੂ ਸਾਹਿਬ ਜੀ ਇਹ ਪੌੜੀ ਦੇ ਵਿੱਚ ਕਹਿ ਰਹੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਵੇਂ ਦੇ ਤੁਹਾਡੇ ਸਰੀਰ ਬਣਾਏ ਨੇ, ਇਸੇ ਤਰ੍ਹਾਂ ਦੇ ਦੂਜਿਆਂ ਦੇ ਬਣਾਏ ਨੇ। ਤੇ ਇਸ ਕਰਕੇ ਤੁਸੀਂ ਆਪਣੇ ਜੀਵਨ ਦੇ ਵਿੱਚ ਉਹ ਦਾਤਾਂ ਦੇਣ ਵਾਲਾ ਹੈ, ਕ੍ਰੀਏਟਰ ਹੈ, ਤੇ ਪਰ ਉਹ ਤੁਹਾਡੇ ਅੰਦਰ ਹੀ ਵਸਦਾ ਹੋਇਆ, ਕਿਉਂਕਿ ਆਸਣ ਕਰ ਆਸਣ ਡਿਠੋ ਚਾਓ। ਉਹ ਜਦੋਂ ਦਾਤਾਂ ਦੇਗਾ ਬਾਹਰੋਂ ਨਹੀਂ ਆਣਗੀਆਂ, ਉਹ ਅਸਲ ਦੇ ਵਿੱਚ ਤੁਹਾਨੂੰ ਅੰਦਰ ਦੀ એનર્ਜੀ ਨੂੰ ਹੀ ਯੂਜ਼ ਕਰਨਾ ਪਏਗਾ। ਇਸ ਕਰਕੇ ਅਸੀਂ ਕਈ ਵਾਰੀ ਕਹਿੰਦੇ ਹਾਂ ਵੀ ਗੁਰਮਤਿ ਦੇ ਵਿੱਚ ਮਿਰਕਲਸ ਨਹੀਂ ਹਨ। ਗੁਰਮਤਿ ਦੇ ਵਿੱਚ ਸਾਨੂੰ ਕਰਮ ਕਰਨ ਵਾਸਤੇ ਪ੍ਰੇਰਨਾ ਕੀਤੀ ਗਈ ਹੈ, ਵੀ ਉਦਮ ਕਰਨ ਵਾਸਤੇ ਪ੍ਰੇਰਨਾ ਕੀਤੀ ਗਈ। ਉਹ ਅਕਾਲ ਪੁਰਖ ਵਾਹਿਗੁਰੂ ਅੰਦਰੋਂ ਹੀ ਬਹਿ ਕੇ ਹੈਲਪ ਕਰੇਗਾ। ਜਿਵੇਂ ਧਰਤੀ 'ਤੇ ਨਾ ਕਈ ਵਾਰੀ ਆਲਾ ਦੁਆਲਾ ਬੜਾ ਜਿਹੜਾ ਵਧੀਆ ਨਾ ਹੋਵੇ, ਤੇ ਬੰਦੇ 'ਤੇ ਜ਼ੁਲਮ ਹੁੰਦਾ ਹੋਵੇ, ਬਾਹਰ ਕ੍ਰਾਈਮ ਹੁੰਦਾ ਹੋਵੇ, ਜਾਂ ਬੰਦੇ ਨੂੰ ਸਲੇਵ ਰਹਿਣਾ ਪੈਂਦਾ ਹੋਵੇ, ਬਾਹਰੋਂ ਆ ਕੇ ਹਮਲਾਵਰ ਹਿੰਦੁਸਤਾਨ ਨੂੰ ਗੁਲਾਮ ਬਣਾ ਲੈਂਦੇ ਸਨ। ਤੇ ਇੱਥੋਂ ਦੇ ਲੋਕ ਕੀ ਕਹਿੰਦੇ ਸਨ ਵੀ ਰੱਬ ਆਪ ਆ ਕੇ ਨਾ ਸਾਡੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟੇਗਾ, ਵੀ ਰੱਬ ਅਵਤਾਰ ਲੈਂਦਾ। ਤੇ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ, ਰੱਬ ਤੇ ਤਾਂ ਆਏਗਾ ਜੇ ਉਹ ਕਿਧਰੇ ਗਿਆ ਹੋਵੇ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਤਾਂ ਤੁਹਾਡੇ ਅੰਦਰ ਹੀ ਵਸਦਾ। ਇੱਕ ਬੰਦਾ ਅਰਦਾਸ ਕਰ ਰਿਹਾ ਸੀ ਕਿ ਹੇ ਰੱਬਾ ਧਰਤੀ 'ਤੇ ਜ਼ੁਲਮ ਬੜਾ ਵੱਧ ਗਿਆ, ਪਾਪ ਬੜਾ ਵੱਧ ਗਿਆ, ਕਿਸੇ ਅਵਤਾਰ ਨੂੰ ਭੇਜ। ਤੇ ਕਹਿੰਦੇ ਨੇ ਰੱਬ ਨੇ ਆਵਾਜ਼ ਦਿੱਤੀ ਵੀ ਤੈਨੂੰ ਭੇਜਿਆ ਤਾਂ ਆਇਆ ਸੀ ਧਰਤੀ 'ਤੇ, ਤੂੰ ਵੀ ਦੂਜੇ ਬੰਦਿਆਂ ਨਾਲ ਰਲ ਕੇ ਆਪ ਅਗਿਆਨਤਾ ਦੇ ਵਿੱਚ ਫਸ ਗਿਆ, ਵਿਕਾਰਾਂ 'ਚ ਫਸ ਗਿਆ, ਇਸ ਕਰਕੇ ਤੈਨੂੰ ਹੀ ਭੇਜਿਆ ਗਿਆ ਹੈ। ਕਹਿਣ ਦਾ ਮਤਲਬ ਗੁਰੂ ਸਾਹਿਬ ਜੀ ਜਦੋਂ ਕਹਿੰਦੇ ਨਾ ਕਰ ਆਸਣ ਡਿਠੋ ਚਾਓ, ਉਹਦੇ ਵਿੱਚ ਸਾਡੇ ਅੰਦਰ ਕੌਨਫੀਡੈਂਸ ਭਰ ਰਹੇ ਨੇ ਕਿ ਅਸਲ ਦੇ ਵਿੱਚ ਤੁਹਾਡੇ ਅੰਦਰ ਹੀ ਰੱਬ ਵਸਦਾ ਹੈ, ਕਿ ਤੁਹਾਡੇ ਸਾਰੀਆਂ ਅਰਦਾਸਾਂ ਤੁਹਾਡੇ ਅੰਦਰੋਂ ਹੀ ਸੁਣੀਆਂ ਜਾਣਗੀਆਂ। ਉਹ ਸੁਣੀਆਂ ਜਾਣਗੀਆਂ ਗੁਰੂ ਦੇ ਰਾਹੀਂ, ਗਿਆਨ ਦੇ ਰਾਹੀਂ ਉਦਮ ਕਰਕੇ ਤੁਸੀਂ ਆਪਣੇ ਜੀਵਨ ਦੇ ਵਿੱਚ ਸਾਰੇ ਤਰ੍ਹਾਂ ਦੇ ਰਿਜ਼ਲਟ ਕੱਢ ਸਕਦੇ ਹੋ, ਕਿਉਂਕਿ ਜਿਹੜਾ ਗਿਵਰ ਹੈ ਉਹ ਵੀ ਤੁਹਾਡੇ ਅੰਦਰ ਹੈ, ਔਰ ਹਰ ਸਪੀਸੀਜ਼ ਦੇ ਅੰਦਰ ਜਿੰਨੀ ਕੁ ਉਹਨੂੰ ਲੋੜ ਹੈ ਉਸ ਤਰੀਕੇ ਦੇ ਨਾਲ ਕੁਦਰਤ ਉਹਨੂੰ ਨਿਵਾਜ ਰਹੀ ਹੈ। ਤੇ ਜਿਹੜਾ ਕਰਤਾ ਕ੍ਰੀਏਟਰ ਹੈ ਉਹ ਵੀ ਬੰਦੇ ਦੇ ਅੰਦਰ ਹੀ ਹੈ। ਪੋਸੀਬਿਲਿਟੀ ਉਸ ਤੋਂ ਬਿਨਾਂ ਤੇ ਆ ਬੰਦੇ ਦਾ ਇਮਿਊਨ ਸਿਸਟਮ ਹੀ ਹੈ ਨਾ ਜਿਹੜਾ,
रोज़ ही बंदे नूं बिमारियां नाल फाइट करना पैंदा, यही कोलैप्स कर दे तो बंदे की जिंदगी बड़ी औखी हो जाती। ਇਹਦਾ मतलब दाता करता आप तू वो अकाल पुरख वाहिगुरू है, ਉਹਦੇ सिस्टम ਦੇ ਵਿੱਚ ਅਸੀਂ ਸਾਰੇ ਉਹਦੇ ਸਲੇਵ ਹਾਂ। ਤੇ ਹਜ਼ੂਰ ਕਹਿੰਦੇ ਨੇ ਤੁਸ ਦੇਵੈ ਕਰਾਂ ਪਸਾਓ, ਉਹ ਟੁੱਟ ਕੇ ਦਾਤਾਂ ਦੇਣ ਦਾ। ਜੇ ਕਿਧਰੇ ਇਹਨੂੰ ਵਿਗਿਆਨਕ ਤੌਰ ਤੇ ਵੀ ਵੇਖਣਾ ਹੋਵੇ ਨਾ, ਵੇਖੋ ਕੁਝ ਗੱਲਾਂ ਅਸੀਂ ਮਾਤਾ ਪਿਤਾ ਤੋਂ ਇਨਹੈਰਿਟ ਕਰਦੇ ਹਾਂ, ਜਿਹਦੇ 'ਚ ਸਾਡੀ ਹੈਲਥ ਆ ਰਹੀ ਹੈ, ਸਾਡੇ ਸਰੀਰ ਦੇ ਫੀਚਰਸ ਆ ਰਹੇ ਨੇ, ਤੇ ਬੰਦੇ ਦਾ ਸੁਭਾਅ ਦਾ ਬਹੁਤ ਕੁਝ ਆ ਰਿਹਾ। ਤੇ ਇਹਦੇ ਨਾਲ ਕੇਵਲ ਉੱਥੋਂ ਡਿਟੋ ਕਾਪੀ ਨਹੀਂ ਹੋ ਰਹੀ, ਬਿਲਕੁਲ ਸੇਮ ਕਾਪੀ ਨਹੀਂ, ਫਿਰ ਤੇ ਐਵੋਲੂਸ਼ਨ ਵਾਪਰਨਾ ਹੀ ਨਹੀਂ ਸੀ ਧਰਤੀ ਤੇ, ਫਿਰ ਅਗਲੀਆਂ ਪੀੜ੍ਹੀਆਂ ਉਸ ਤੋਂ ਵਧੀਆ ਵਿਕਸਿਤ ਹੋਣੀਆਂ ਹੀ ਨਹੀਂ ਸੀ। ਉਹ ਕਿਉਂ ਹੋਈਆਂ? ਕਿਉਂਕਿ ਨੈਚੁਰਲ ਸਿਲੈਕਸ਼ਨ ਹੈ ਜਿਹੜੀ ਇਹੋ ਜਿਹਾ ਰੋਲ ਪਲੇ ਕਰਦੀ ਵੀ ਜਿਹੜਾ ਟੋਟਲੀ ਕੁਦਰਤ ਦੇ ਉੱਤੇ ਤੁਸ ਦੇਵੈ ਕਰੈ ਪਸਾਓ, ਵੀ ਸਾਡੇ 'ਚ ਜਿੰਨੀਆਂ ਖੂਬੀਆਂ ਨਾ ਹਰ ਬੰਦੇ ਨੂੰ ਯੂਨੀਕ ਰੱਬ ਨੇ ਬਣਾਇਆ, ਤੇ ਸਮਝ ਲਓ ਤੁਸ ਦੇਵੈ ਕਰੈ ਪਸਾਓ, ਉਹ ਤੁਸ ਟੁੱਟ ਕੇ ਉਹਨੇ ਪਸਾਰਾ ਕੀਤਾ ਆਪਣੀਆਂ ਦਾਤਾਂ ਦਾ। ਕੁਝ ਗੱਲਾਂ ਵੇਖੋ ਦਾਤਾਂ ਆ ਰਹੀਆਂ ਨੇ, ਕ੍ਰੀਏਟੀਵਿਟੀ ਵੀ ਹੈ, ਆਪਣਾ ਰੋਲ ਪਲੇ ਕਰਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ, ਪਰ ਉਹ ਜਿਹੜੀ ਨੈਚੁਰਲ ਸਿਲੈਕਸ਼ਨ ਕਰ ਰਹੀ ਨਾ, ਉਹਦੇ 'ਤੇ ਕਿਸੇ ਦਾ ਜ਼ੋਰ ਨਹੀਂ, ਨਾ ਮਾਤਾ ਪਿਤਾ ਦੇ ਜ਼ੋਰ ਹੈ, ਨਾ ਸਾਡਾ ਆਪਣਾ ਜ਼ੋਰ ਹੈ ਵੀ ਸਾਨੂੰ ਸਾਰਾ ਕੁਝ ਸਰੀਰ ਤੋਂ ਲੈ ਕੇ ਕਿਸ ਏਰੀਏ ਦੇ ਵਿੱਚ ਡਾਕਟਰ ਇੰਜੀਨੀਅਰ ਸਾਇੰਟਿਸਟ ਬਣਨਾ ਬੰਦੇ ਨੇ, ਜਾਂ ਰਿਲੀਜੀਅਸ ਲੈਵਲ 'ਤੇ ਬੰਦੇ ਨੇ ਜਾਣਾ ਹੈ, ਉੱਥੇ ਬੰਦੇ ਦਾ ਕੋਈ ਜ਼ੋਰ ਨਹੀਂ ਚੱਲਦਾ ਨੈਚੁਰਲ ਸਿਲੈਕਸ਼ਨ 'ਤੇ ਖਾਸ ਕਰਕੇ। ਇਸ ਕਰਕੇ ਉੱਥੇ ਜਾ ਕੇ ਤੁਸ ਦੇਵੈ ਕਰੈ ਪਸਾਓ, ਇਹ ਸਿਲਸਿਲਾ ਸਾਰੀ ਜ਼ਿੰਦਗੀ ਵੀ ਚੱਲਦਾ ਰਹਿੰਦਾ। ਇੱਥੇ ਕਈ ਵਾਰੀ ਅਸੀਂ ਆ ਕੇ ਗਿਆਨ ਦੀਆਂ ਗੱਲਾਂ ਸੁਣਨੇ ਆ, ਬੰਦੇ ਕੋਲ ਬੜਾ ਲੰਮਾ ਚੌੜਾ ਗਿਆਨ ਹੁੰਦਾ, ਪਰ ਉਹ ਗਿਆਨ ਕਲਿੱਕ ਕਰੇ ਬੰਦੇ ਨੂੰ, ਇੱਕਦਮ ਕਮਿਟਮੈਂਟ ਬੰਦੇ ਦੀ ਜਾਗ ਪਏ, ਉਹਨੂੰ ਰਿਅਲਾਈਜ਼ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਅੰਡਰਸਟੈਂਡ ਪ੍ਰੋਪਰਲੀ ਕਰਕੇ ਉਤਾਰ ਲਏ। ਇਹ ਵੀ ਜਿਹੜਾ ਇਸ ਤਰ੍ਹਾਂ ਵਾਪਰਦਾ ਅਸਲ ਦੇ ਵਿੱਚ ਰੱਬ ਦੀ ਰਹਿਮਤ ਦੇ ਨਾਲ, ਤੁਸ ਦੇਵੈ ਕਰੈ ਪਸਾਓ। ਇਸ ਕਰਕੇ ਗੁਰੂ ਸਾਹਿਬ ਜੀ ਜਦੋਂ ਗੱਲ ਕਰਦੇ ਨੇ, ਬੜੀ ਬਰੀਕ ਗੁਰੂ ਸਾਹਿਬ ਜੀ ਗੱਲ ਕਰ ਰਹੇ ਨੇ। ਜੇ ਲਾਈਫ ਨੂੰ ਸਮਝਣਾ ਹੋਵੇ ਨਾ, ਇਸ ਢੰਗ ਦੇ ਨਾਲ ਹਜ਼ੂਰ ਸਮਝਾ ਰਹੇ ਨੇ, ਤੂੰ ਜਾਣ ਹੋਈ ਸਭ ਸੈ, ਉਹ ਸਾਰੀਆਂ ਚੀਜ਼ਾਂ ਨੂੰ ਜਾਣਦਾ। ਅਸੀਂ ਇਹਨੂੰ ਮੋਟੇ ਤੌਰ ਤੇ ਸਮਝਣਾ ਹੋਵੇ ਨਾ, ਅਸੀਂ ਗੁਰੂ ਨੂੰ ਕਹਿੰਦੇ ਹਾਂ ਅੰਦਰ ਦੀਆਂ ਜਾਣਨ ਵਾਲਾ ਹੈ। ਅੰਦਰੋਂ ਤੇ ਬਾਹਰੋਂ ਸਰੀਰ ਤੇ ਬੰਦੇ ਦਾ ਮਿੱਟੀ ਹੈ, ਮੈਟਰ ਹੀ ਅਸਲ ਦੇ ਵਿੱਚ ਵਰਲਡ ਦਾ ਹਿੱਸਾ। ਇਹਨੂੰ ਜਿਹੜੀ ਰਨ ਕਰਦੀ ਨਾ ਸਾਡੇ ਸਰੀਰ ਨੂੰ, ਉਹ ਆਈਡੀਓਲੋਜੀ ਕਰਦੀ ਹੈ, ਤੇ ਆਈਡੀਓਲੋਜੀ ਦੇ ਪਿੱਛੇ ਜਿਹੜੇ ਇਮੋਸ਼ਨਸ ਨੇ, ਗਿਆਨ ਵੀ ਨਾਲ ਰਲ ਜਾਂਦਾ, ਜਿਹੜੇ ਖਾਸ ਕਰਕੇ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਨਾ, ਉਸ ਇਮੋਸ਼ਨਸ ਦੇ ਵਿੱਚ ਕਿੱਥੇ ਤੱਕ ਬੰਦਾ ਜਾ ਸਕਦਾ, ਵੀ ਕਿੰਨਾ ਜੀਵਨ ਤੋਂ ਡਿੱਗ ਸਕਦਾ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ ਕਿੰਨਾ ਵਾਇਲੈਂਸ ਕਰ ਸਕਦਾ, ਲੋਭ ਮੋਹ ਹੰਕਾਰ ਦੇ ਵਿੱਚ, ਉਹ ਗੁਰੂ ਸਾਹਿਬ ਨੇ ਬਾਣੀ 'ਚ ਪਹਿਲਾਂ ਹੀ ਬਿਆਨ ਕਰ ਦਿੱਤਾ ਹੋਇਆ। ਤੁਸੀਂ ਵੇਖੋ, ਤੇ ਜੇ ਇਹਨੂੰ ਕਿਧਰੇ ਗਿਆਨ ਮਿਲ ਜਾਏ, ਗਿਆਨ ਦੇ ਨਾਲ ਬੰਦੇ ਦੇ ਅੰਦਰ ਦੀ એનર્ਜੀ ਜਿਹੜੀ ਲਾਈਫ ਦੀ ਹੈ, ਉਹਨੂੰ ਚੈਨਲਾਈਜ਼ ਕਰ ਦਿੱਤਾ ਜਾਏ, ਸਤ ਸੰਤੋਖ ਦਇਆ ਧਰਮ ਅਲਟਰੂਇਜ਼ਮ ਜਿਹੜਾ ਅਸਲ ਦੇ ਵਿੱਚ ਇਹਦੇ 'ਚ ਪਰਉਪਕਾਰ ਦੇ ਵਿੱਚ ਬਦਲ ਦਿੱਤਾ ਜਾਏ, ਸੈਕਰੀਫਾਈਸ ਦੇ ਵਿੱਚ, ਹਿਊਮੈਨਿਟੀ ਦੀ ਸਰਵਿਸ ਦੇ ਵਿੱਚ ਬਦਲ ਦਿੱਤਾ ਜਾਏ, ਫਿਰ ਵੀ ਬੰਦਾ ਕੀ ਕਾਰਗੁਜ਼ਾਰੀ ਕਰਦਾ, ਉਹ ਸਾਰਾ ਇਤਿਹਾਸ ਵੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਬਿਆਨ ਕਰਦੀ, ਫਿਰ ਬੰਦਾ ਬਿਲਕੁਲ ਪਿਓਰ ਰੱਬ ਨਾਲ ਇੱਕਮਿਕ ਵੀ ਹੋ ਜਾਂਦਾ। ਇਹਦਾ ਮਤਲਬ ਤੂੰ ਜਾਣੋਈ ਸਭ ਸੈ, ਉਹ ਅਕਾਲ ਪੁਰਖ ਵਾਹਿਗੁਰੂ, ਉਹ ਕਿਸ ਰੂਪ ਦੇ ਵਿੱਚ ਸਾਡੇ ਕੋਲ? ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਈ, ਨਿਰੰਕਾਰ ਬਾਣੀ ਦੇ ਰੂਪ ਦੇ ਵਿੱਚ ਹੈ। ਉਹ ਸਾਰਾ ਕੁਝ ਜਾਣਦਾ ਹੈ ਸਾਡੀ ਕਾਰਗੁਜ਼ਾਰੀ, ਵੀ ਇਹ ਜਿਹੜਾ ਸਰੀਰ ਹੈ, ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖਿਲਾਵਨ ਹਾਰੋ ਜਾਨਾ। ਇਸ ਕਰਕੇ ਕੁਦਰਤ ਦੇ ਵਿੱਚ ਬੰਦੇ ਦੇ ਬਾਰੇ ਬਹੁਤ ਕੁਝ ਜਾਣਿਆ ਗਿਆ। ਹੁਣ ਤਾਂ ਪ੍ਰੈਡਿਕਸ਼ਨ ਹੋ ਜਾਂਦੀ ਵੀ ਇਹ ਕਿਤੇ ਕਿਤੇ ਤੱਕ ਬੰਦਾ ਜਾ ਸਕਦਾ, ਬੜੇ ਹੱਦ ਤੱਕ ਬੰਦੇ ਨੂੰ ਸਮਝ ਲਿਆ ਗਿਆ ਹੈ। ਇਸ ਕਰਕੇ ਤੂੰ ਜਾਣੋਈ ਸਭ ਸੈ, ਬੰਦੇ ਦੀ ਵੀ ਇਹ ਲੋੜ ਹੈ ਕੁਦਰਤ ਦੇ ਵਿੱਚ ਡੀਪਲੀ, ਸੁਪਰਫਿਸ਼ੀਅਲੀ ਨਹੀਂ, ਡੀਪਲੀ ਲਾਈਫ ਨੂੰ ਸਮਝਣਾ, ਤੇ ਲਾਈਫ ਨੂੰ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਡਰਾਈਵ ਕਰਦੇ ਨੇ, ਇਹਨੂੰ ਸਮਝਣਾ, ਤੇ ਫਿਰ ਸਮਝ ਕੇ ਐਕਸ਼ਨ ਕਰਨਾ। ਉਹ ਜਾਣਨ ਵਾਲਾ ਵੀ ਬੰਦੇ ਦੇ ਅੰਦਰ ਹੀ ਹੈ, ਬਾਹਰੋਂ ਵੀ ਹੈ ਅਸਲ ਦੇ ਵਿੱਚ। ਜਿਵੇਂ ਅਸੀਂ ਗੁਰੂ ਸਾਹਿਬ ਜਾਂ ਐਕਸਟਰਾ ਆਰਡੀਨਰੀ ਪਰਸਨੈਲਿਟੀਜ਼ ਨੇ, ਉਹ ਗਿਆਨ ਦਿੰਦੀਆਂ ਨੇ, ਸਾਈਕੋਲੋਜਿਸਟ ਨੇ ਬੰਦੇ ਦੇ ਬਾਰੇ ਰੱਖ ਦਿੰਦੇ ਨੇ ਵੀ ਅਸਲ ਦੇ ਵਿੱਚ ਇਸ ਕਿਸਮ ਦੀ ਪਰਸਨੈਲਿਟੀ ਵਾਲਾ ਬੰਦਾ ਕੀ ਕਰ ਸਕਦਾ, ਇਸ ਕਿਸਮ ਵਾਲਾ ਕੀ ਕਰ ਸਕਦਾ।
ਤੇ ਅਸਲ ਦੇ ਵਿੱਚ ਉਹ ਗਿਆਨ ਜਿਹੜਾ ਬੰਦੇ ਦੇ ਅੰਦਰ ਵੀ ਪੈਦਾ ਹੁੰਦਾ ਦੋਵਾਂ ਪੱਖਾਂ ਤੋਂ। ਤੇ ਹਜ਼ੂਰ ਕਹਿੰਦੇ ਨੇ ਦੇ ਲੈਸਾਂ ਜਿੰਦ ਕਵਾਓ, ਇਹ ਵੀ ਕੁਦਰਤ ਦਾ ਅਸੂਲ ਹੈ ਵੀ ਇਹ ਵੀ ਆਟੋ ਮੋਡ ਤੇ ਲਾਇਆ। ਹਰ ਬੰਦੇ ਦੀ ਹੇਫਲਿਕ ਲਿਮਟ, ਅਸੀਂ ਕੱਲ ਵੀ ਸਮਝਿਆ ਸੀ ਨਾ ਵੀ ਜਿਹੜੀ ਸਾਡੇ ਜੀਵਨ ਹੈ ਨਾ, ਮਰਨ ਲਿਖਾਏ ਮੰਡਲ ਮੈਂ ਆਏ, ਅਸੀਂ ਧਰਤੀ ਤੇ ਬਾਅਦ ਦੇ ਵਿੱਚ ਆਏ ਹਾਂ, ਸਾਰਾ ਕੁਝ ਲਿਖਿਆ ਗਿਆ। ਲਿਖਿਆ ਕਿੱਥੇ ਗਿਆ? ਸਾਡਾ ਜੀਨਸ ਦੇ ਰਾਹੀਂ। ਜਿਹੜਾ ਵੇਖੋ ਸੈੱਲ ਦੀ ਡਿਵੀਜ਼ਨ ਹੁੰਦੀ ਹੈ, ਲਗਾਤਾਰ ਜੀਵਨ ਬਣਦਾ ਰਹਿੰਦਾ, 40 ਸਾਲ ਤੱਕ ਗਰੋ ਕਰਦਾ ਹੈ। ਉਸ ਤੋਂ ਬਾਅਦ ਰੋਜ਼ ਹੀ ਹਾਲਾਂਕਿ ਪੈਦਾ ਹੁੰਦੇ ਨੇ, ਕ੍ਰੀਏਸ਼ਨ ਹੁੰਦੀ ਸਾਡੇ ਜੀਵਨ 'ਚ, ਨਵੇਂ ਸੈੱਲ ਪੈਦਾ ਹੁੰਦੇ ਨੇ, ਰੋਜ਼ ਹੀ ਮਿਲੀਅਨਸ ਆਫ ਸੈੱਲ ਦੀ ਡੈਥ ਹੁੰਦੀ ਸਰੀਰ ਦੇ ਵਿੱਚ। ਇਸ ਤਰ੍ਹਾਂ ਜਿੰਨੀ ਡੈਥ ਹੁੰਦੀ ਉਸ ਤੋਂ ਜ਼ਿਆਦਾ ਪ੍ਰੋਡਿਊਸ ਹੁੰਦੇ ਨੇ, ਇਸ ਕਰਕੇ ਸਰੀਰ 40 ਸਾਲ ਤੱਕ ਵੱਧਦਾ ਰਹਿੰਦਾ। ਜਿੱਦਣ ਜਿਹੜੀ ਡੈਥ ਜ਼ਿਆਦਾ ਹੋਣੀ ਸ਼ੁਰੂ ਹੋ ਜਾਏ ਤੇ ਪ੍ਰੋਡਕਸ਼ਨ ਘੱਟ ਹੋ ਜਾਏ, ਉਦੋਂ ਸਾਡੇ ਸੈੱਲ ਜਿਹੜੇ ਵੀਕ ਹੋਣੇ, ਆਰਗਨ ਵੀਕ ਹੋਣੇ ਸ਼ੁਰੂ ਹੋ ਜਾਂਦੇ ਨੇ। ਤੇ ਇੱਕਦਮ ਹੌਲੀ ਹੌਲੀ ਜਿਹੜਾ ਬਾਡੀ ਦਾ ਮੇਨ ਆਰਗਨ, ਖਾਸ ਕਰਕੇ ਜਿਵੇਂ ਅੱਜ ਹਾਰਟ ਬੰਦ ਹੁੰਦਾ, 3 ਮਿੰਟ ਦੇ ਵਿੱਚ ਹੀ 3-4 ਮਿੰਟ ਦੇ ਵਿੱਚ ਬ੍ਰੇਨ ਦੇ ਨਿਊਰੋਨਸ ਖਤਮ ਹੋ ਜਾਂਦੇ ਨੇ, ਉਹਦੇ ਨਾਲ ਹੀ ਚੇਤਨਾ ਚਲੀ ਜਾਂਦੀ ਹੈ। ਉਸ ਤੋਂ ਬਾਅਦ ਸਾਡੀਆਂ ਕਿਡਨੀਜ਼, ਅੱਖਾਂ ਕੁਝ ਘੰਟੇ ਲੈਂਦੀਆਂ ਨੇ। ਵਾਈਟ ਸੈੱਲਸ ਨੇ ਜਿਹੜੇ ਘੱਟੋ ਘੱਟ 70-80 ਘੰਟੇ ਵੀ ਲੈ ਲੈਂਦੇ ਨੇ। ਜਦੋਂ ਅਸੀਂ ਜੇ ਇੰਡੀਅਨ ਕਲਚਰ ਦੇ ਮੁਤਾਬਕ ਦੂਜੇ ਤੀਜੇ ਦਿਨ ਵੀ ਬਾਡੀ ਦਾ ਸੰਸਕਾਰ ਕਰੀਏ ਤੇ ਤਾਂ ਵੀ ਉਹਦਾ ਕੁਝ ਪਾਰਟ, ਖਾਸ ਕਰਕੇ ਵਾਈਟ ਸੈੱਲਸ ਜਿਹੜੇ ਜਿੰਦਾ ਹੁੰਦੇ ਨੇ। ਕਹਿਣ ਦਾ ਮਤਲਬ ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਪਤਾ ਹੁੰਦਾ, ਕਿਉਂਕਿ ਚੇਤਨਾ ਤੇ ਬ੍ਰੇਨ ਦੇ ਕੋਲੈਪਸ ਹੋਣ ਦੇ ਨਾਲ ਹੀ ਚਲੀ ਜਾਂਦੀ। ਇਸ ਕਰਕੇ ਇਹ ਹੇਫਲਿਕ ਲਿਮਟ ਸਾਰੇ ਜੀਵਾਂ ਦੀ ਵੱਖਰੀ ਹੈ ਤੇ ਸਾਰਿਆਂ ਨੇ ਜੋ ਉਪਜਿਓ ਸੋ ਬਿਨਸ ਹੈ। ਜੋ ਪੈਦਾ ਹੋਇਆ ਉਹਨੂੰ ਆਟੋ ਮੋਡ ਤੇ ਲਾਇਆ ਤੇ ਹਰ ਬੰਦੇ ਦੀ ਮੌਤ ਹੋਣੀ ਹੋਣੀ ਹੈ। ਜੋ ਜਨਮ ਹੈ ਸੋ ਜਾਨੋ ਮੂਆ। ਇਸ ਕਰਕੇ ਪ੍ਰੋਸੈਸ ਆਪਣੇ ਆਪ ਹੀ ਵਾਪਰ ਰਿਹਾ, ਆਪਣੇ ਆਪ ਹੀ ਦਾਤਾ ਉਹਨੇ ਦਾਤਾਂ ਦਿੱਤੀਆਂ ਔਰ ਸਾਰੇ ਜੀਵਾਂ ਦਾ ਜੀਵਨ ਇਵੋਲਵ ਹੋਇਆ, ਇੱਥੇ ਤੱਕ ਪਹੁੰਚਿਆ। ਕ੍ਰੀਏਟੀਵਿਟੀ ਸਾਰਿਆਂ ਦੇ ਸਰੀਰ ਦੇ ਵਿੱਚ ਹੈ। ਤੂੰ ਜਾਣੋ ਹੀ ਸਭ ਸਾ, ਰੱਬ ਦਾ ਉਹ ਰੂਪ ਸਾਰਿਆਂ ਦੇ ਵਿੱਚ ਹੈ। ਦੇ ਲੈਸਾਂ ਜਿੰਦ ਕਵਾਓ, ਤੇ ਕਈ ਵਾਰੀ ਇੱਕੋ ਹੁਕਮ ਦੇ ਅੰਦਰ, ਕਿਉਂਕਿ ਨਿਯਮ ਹੈ ਹੁਕਮ ਦਾ, ਕਵਾਓ ਦਾ ਮਤਲਬ ਆਪਣੇ ਹੁਕਮ ਦੇ ਵਿੱਚ ਜੀਵਨ ਲੈ ਵੀ ਲੈਂਦਾ। ਇਹ ਗੁਰੂ ਸਾਹਿਬ ਜੀ ਕਹਿੰਦੇ ਨੇ ਕਰ ਆਸਣ ਡਿੱਠੋ ਚਾਓ। ਹਰ ਚੀਜ਼ ਦੇ ਵਿੱਚ ਉਹ ਬੈਠਾ ਹੋਇਆ, ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ, ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਉਹ ਆਪ ਹੀ ਮਾਛੀ ਹੈ, ਮੱਛੀਆਂ ਪਾਲਣ ਵਾਲਾ ਹੈ, ਫੜਨ ਵਾਲਾ ਵੀ ਆਪ ਹੈ, ਮੱਛੀ ਵੀ ਆਪ ਹੈ, ਜਾਲ ਵੀ ਆਪ ਹੈ, ਸਭ ਕੁਝ ਆਪੇ ਆਪ ਹੀ ਹੈ ਧਰਤੀ ਦੇ ਉੱਤੇ। ਕਿਉਂਕਿ ਅਸੀਂ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਵੱਡੀ ਬਾਡੀ ਦੇ ਇੱਕ ਛੋਟੇ ਜਿਹੇ ਪੁਰਜੇ ਆ, ਪਾਰਟ ਹਾਂ। ਇਸ ਕਰਕੇ ਅੱਜ ਦੀ ਇਸ ਪੌੜੀ ਦੇ ਅੰਦਰ ਸਾਰੀ ਕੁਦਰਤ ਦੇ ਸਿਲਸਿਲੇ ਨੂੰ, ਜੀਵਨ ਲਾਈਫ ਕਿਵੇਂ ਮੂਵ ਕਰਦੀ ਹੈ, ਗੁਰੂ ਸਾਹਿਬ ਜੀ ਨੇ ਉਹ ਸਮਝਾ ਦਿੱਤਾ। ਫਿਰ ਇੱਥੇ ਗੁਰੂ ਦੀ ਇੰਪੋਰਟੈਂਸ ਤੇ ਧਰਮ ਕੀ ਰੋਲ ਪਲੇ ਕਰਦਾ, ਇਹਨਾਂ ਸ਼ਲੋਕਾਂ ਦੇ ਅੰਦਰ ਹੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਆਪਾਂ ਸਮਝਣ ਦਾ ਯਤਨ ਕਰਾਂਗੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਇਹ ਵਿਚਾਰ ਸਾਡੇ ਜੀਵਨ ਦਾ ਹਿੱਸਾ ਬਣ ਜਾਣ। ਇਹਨੂੰ ਜੇ ਰਿਪੀਟਲੀ ਸੁਣਨਾ ਹੋਵੇ ਤੇ ਗੁਰਬਾਣੀ ਲਾਈਫ ਲੈਸਨਸ ਟੀਵੀ YouTube ਦੇ ਉੱਤੇ ਤੁਸੀਂ ਸਰਵਣ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਂ